ਦੂਸਰੇ ਗਰੁੱਪ ਵਿੱਚ ਇੱਕ ਗਿਆਨੀ ਨੇ ਲਿਖਿਆ ਹੈ, पार्वती पूछ रही है शिव से, शांत कैसे हो जाऊं, आनंद को कैसे उपलब्ध हो जाऊं, अमृत कैसे मिलेगा। और दो दो पंक्तियों में शिव उत्तर देते हैं। दो पंक्तियों में वे कहते हैं, बाहर आती है श्वास, भीतर जाती है श्वास, दोनों के बीच में ठहर जा, अमृत को उपलब्ध हो जाएगी। थल्ले ਇਹਦੇ ਹੀ ਇੱਕ ਮਿੱਤਰ ਨੇ ਸਮਰਥਨ ਕੀਤਾ ਹੈ, ਲਾਈਕ ਵੀ ਕੀਤਾ ਹੈ। ਇਹਨੇ ਆਪਣਾ ਨਾਂ ਰੱਖਿਆ ਹੈ ਸੇਵਾ ਪ੍ਰੇਮ। ਤੇ ਸੇਵਾ ਪ੍ਰੇਮ ਤੋਂ ਬਿਨਾਂ ਹੁੰਦੀ ਨਹੀਂ ਹੈ। ਬਹੁਤਿਆਂ ਦਾ ਜੀਵਨ ਜੋ ਉਹਨਾਂ ਨੇ ਨਾਮ ਰੱਖਿਆ ਹੁੰਦਾ ਹੈ ਨਾ, ਉਹਦੇ ਤੋਂ ਉਲਟ ਹੁੰਦਾ ਹੈ। ਹੁਣ ਇਹਨੇ ਉੱਪਰ ਵਾਲੇ ਗਿਆਨੀ ਦਾ ਸਮਰਥਨ ਕੀਤਾ ਹੈ। ਤੇ ਪ੍ਰੇਮੀ ਜਿਹੜਾ ਹੈ ਨਾ, ਉਹ ਗਿਆਨੀ ਦਾ ਸਮਰਥਨ ਨਹੀਂ ਕਰਦਾ ਹੈ। ਪ੍ਰੇਮੀ ਗਿਆਨੀ ਦੀ ਗੱਲ ਸੁਣਦਾ ਹੀ ਨਹੀਂ ਹੈ। ਪ੍ਰੇਮੀ ਤੇ ਦੀਵਾਨਾ ਹੁੰਦਾ ਹੈ। ਬਿਰਹੋਂ ਭੁਯੰਗਮ ਮਨ ਬਸੈ, ਮੰਤਰ ਨ ਮਾਨੈ ਕੋਇ, ਰਾਮ ਵਿਯੋਗੀ ਨਾ ਜੀਏ, ਜੀਏ ਤੋ ਬੌਰਾ ਹੋਏ। ਉਹ ਤੇ ਬੌਰਾ ਹੁੰਦਾ ਹੈ, ਬਹਿਰਾ ਹੋ ਜਾਂਦਾ, ਕਹਿੰਦਾ ਸੁਣਨੀ ਕਿਸੇ ਦੀ। ਉਹ ਗਿਆਨੀਆਂ ਦੀਆਂ ਗੱਲਾਂ ਥੋੜ੍ਹੇ ਸੁਣਦਾ ਹੈ ਪ੍ਰੇਮੀ। ਤੇ ਫਿਰ ਦੂਸਰੀ ਗੱਲ ਇਹ ਵੀ ਹੈ, ਪ੍ਰੇਮ ਦੇ ਮਾਰਗ ਦੇ ਉੱਪਰ ਚੱਲਣ ਵਾਲੇ ਨੂੰ ਕਿਸੇ ਵਿਧੀ ਦੀ ਲੋੜ ਨਹੀਂ ਹੈ। ਪ੍ਰੇਮੀ ਨੂੰ ਵਿਧੀ ਦੇਣ ਦੀ ਥੋੜ੍ਹੀ ਲੋੜ ਹੈ। ਕ੍ਰਿਸ਼ਨ ਨੇ ਰਾਧਾ ਨੂੰ ਕੋਈ ਵਿਧੀ ਦਿੱਤੀ ਸੀ ਵੀ ਇਸ ਢੰਗ ਦੇ ਨਾਲ ਆਪਣੇ ਧਿਆਨ ਨੂੰ ਟਿਕਾ? ਨਹੀਂ, ਪ੍ਰੇਮੀ ਦਾ ਸਹਿਜ ਧਿਆਨ ਟਿਕਦਾ ਹੈ। ਪ੍ਰੇਮ ਹੀ ਧਿਆਨ ਹੈ। ਜਿੱਥੇ ਪ੍ਰੇਮ ਹੈ ਉੱਥੇ ਤੇ ਟਿਕਦਾ ਹੀ ਹੈ। ਰਾਧਾ ਦਾ ਕ੍ਰਿਸ਼ਨ ਤੇ ਟਿਕ ਹੀ ਰਿਹਾ ਹੈ। ਉਹਨੂੰ ਕੀ ਸਮਝਾਉਣ ਦੀ ਲੋੜ ਸੀ ਵੀ ਇਸ ਢੰਗ ਨਾਲ ਧਿਆਨ ਲਾ। ਫਿਰ ਦੂਸਰੀ ਗੱਲ ਇਹ ਵੀ ਖਿਆਲ ਵਿੱਚ ਰੱਖਣ ਯੋਗ ਹੈ ਵੀ ਇਹ ਜੋ ਸ਼ਿਵ ਪੁਰਾਣ ਹੈ ਨਾ, ਇਹਦੇ ਵਿੱਚ ਕਹਿੰਦੇ ਹਨ ਵੀ ਬਹੁਤ ਸਾਰੇ ਉਪਦੇਸ਼, ਮਾਰਗਦਰਸ਼ਨ, ਧਿਆਨ ਦੀਆਂ ਵਿਧੀਆਂ ਕਹਿ ਲਈਏ, ਇਹ ਪਾਰਵਤੀ ਨੂੰ ਦਿੱਤੀਆਂ ਹੋਈਆਂ ਹਨ। ਇਕਾਂਤ 'ਚ ਬੈਠ ਕੇ ਪਾਰਵਤੀ ਨੂੰ ਕਿਹਾ ਜਾ ਰਿਹਾ ਹੈ ਵੀ ਇਸ ਢੰਗ ਦੇ ਨਾਲ ਤੂੰ ਧਿਆਨ ਲਾ, ਦੋ ਸਵਾਸਾਂ ਦੇ ਵਿਚਾਲੇ ਟਿਕਾ। ਇਸ ਗੱਲ ਤੋਂ ਇਹੋ ਹੀ ਸਿੱਧ ਹੁੰਦਾ ਹੈ ਵੀ ਪਾਰਵਤੀ ਨੂੰ ਪ੍ਰੇਮ ਨਹੀਂ ਹੋਵੇਗਾ ਸ਼ਿਵ ਨਾਲ। ਸ਼ਿਵ ਨੂੰ ਹੋਵੇਗਾ ਪਾਰਵਤੀ ਨਾਲ ਪ੍ਰੇਮ। ਤਦੇ ਉਹਨੂੰ ਧਿਆਨ ਦੀਆਂ ਵਿਧੀਆਂ ਦੱਸ ਰਹੇ ਸਨ ਵੀ ਮੁਕਤ ਹੋ ਸਕੇ। ਪਰ ਪਾਰਵਤੀ ਨੂੰ ਪ੍ਰੇਮ ਨਹੀਂ ਹੋਵੇਗਾ।
ਪ੍ਰੇਮੀ ਨੂੰ ਵਿਧੀਆਂ ਦੱਸਣ ਦੀ ਲੋੜ ਨਹੀਂ ਹੈ ਧਿਆਨ ਦੀਆਂ। ਖਿਆਲ ਵਿੱਚ ਰੱਖਿਓ, ਇਹ ਗੱਲ ਬਹੁਤ ਜ਼ਰੂਰੀ ਹੈ। ਫਿਰ ਸ਼ਿਵ ਦੀ ਜਿਹੜੀ ਅੰਤਿਮ ਕਹਾਣੀ ਹੈ ਨਾ, ਬਹੁਤ ਹੀ ਪ੍ਰਚਲਿਤ ਪਾਰਵਤੀ ਦੀ। ਉਹਦੇ ਤੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਪਾਰਵਤੀ ਨੂੰ ਵਾਸਤਵਿਕ ਦੇ ਵਿੱਚ ਪ੍ਰੇਮ ਨਹੀਂ ਹੋਵੇਗਾ ਆਪਣੇ ਪ੍ਰੀਤਮ ਨਾਲ। ਕਹਾਣੀ ਕਹਿੰਦੀ ਹੈ, ਅਕਸਰ ਬਹੁਤੀ ਸੁਣਾਈ ਵੀ ਜਾਂਦੀ ਹੈ, ਬਹੁਤ ਪ੍ਰਚਲਿਤ ਵੀ ਹੈ ਹਿੰਦੂ ਸਮਾਜ ਦੇ ਵਿੱਚ, ਵੀ ਪਾਰਵਤੀ ਇੱਕ ਸਮਰਾਟ ਦੀ ਲੜਕੀ ਸੀ। ਪ੍ਰਜਾਪਤ ਕਹਿੰਦੇ ਸਨ ਉਸ ਸਮੇਂ ਸਮਰਾਟ ਨੂੰ। ਤਾਂ ਉਹਦਾ ਪ੍ਰੇਮ ਹੋ ਗਿਆ ਸ਼ਿਵ ਨਾਲ। ਤੋਂ ਵਿਆਹ ਕਰਾਉਣਾ ਚਾਹੁੰਦੀ ਸੀ ਉਹਨਾਂ ਨਾਲ ਹੀ। ਹੁਣ ਸਮਰਾਟ ਇੱਕ ਦਿਗੰਬਰ ਦੇ ਨਾਲ, ਜਿਹੜਾ ਵਸਤਰ ਵੀ ਨਹੀਂ ਪਹਿਨਦਾ ਹੈ, ਉਜਾੜਾ 'ਚ ਤੁਰਿਆ ਫਿਰਦਾ ਹੈ, ਤਿਆਗੀ ਹੈ, ਵਿਭੂਤੀ ਮਲ ਕੇ ਰੱਖਦਾ ਹੈ, ਉਹਦੇ ਨਾਲ ਕਿਵੇਂ ਆਪਣੀ ਲੜਕੀ ਦਾ ਵਿਆਹ ਕਰ ਦੇਵੇ? ਤੋ ਖੁਸ਼ ਨਹੀਂ ਸੀ। ਤੇ ਪਾਰਵਤੀ ਨੇ ਹੀ ਦੇਖੋ ਸਾਰਿਆਂ ਦੇ ਨਾਲ ਬਗਾਵਤ ਕਰਕੇ ਉਹਦੇ ਨਾਲ ਵਿਆਹ ਕਰਵਾਇਆ। ਪਤੀ ਸਵੀਕਾਰ ਕੀਤਾ ਉਹਨੂੰ, ਪਰ ਪ੍ਰੇਮ ਪੂਰਾ ਨਹੀਂ ਹੋ ਸਕਿਆ। ਸ਼ੁਰੂਆਤ ਹੋਈ ਪ੍ਰੇਮ ਦੀ, ਪ੍ਰੇਮ ਦੇ ਵਿੱਚ ਮਿਟੀ ਨਹੀਂ। ਫਿਰ ਕਹਿੰਦੇ ਉਹਦੇ ਪਿਤਾ ਨੇ ਇੱਕ ਸਮੇਂ ਜੱਗ ਕੀਤਾ, ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਸੱਦਿਆ, ਦੂਰ ਦਰਾਡੇ ਰਾਜਿਆਂ ਨੂੰ ਸੱਦਿਆ, ਸਾਰਿਆਂ ਨੂੰ ਹੀ ਸੱਦਿਆ, ਸੱਦਾ ਪੱਤਰ ਦਿੱਤੇ, ਪਰ ਸ਼ਿਵ ਨੂੰ ਨਹੀਂ ਬੁਲਾਇਆ। ਤੇ ਪਾਰਵਤੀ ਨੂੰ ਪਤਾ ਲੱਗ ਗਿਆ। ਉਹਨੇ ਜਾਣ ਵਾਸਤੇ ਕਿਹਾ ਸ਼ਿਵ ਨੂੰ। ਸ਼ਿਵ ਨੇ ਕਿਹਾ ਵੀ ਨਹੀਂ ਜਾਣਾ ਹੈ, ਆਪਾਂ ਜਦੋਂ ਸੱਦਿਆ ਹੀ ਨਹੀਂ ਆਪਾਂ ਨੂੰ, ਆਪਾਂ ਜਾਵਾਂਗੇ ਕੋਈ ਵਿਘਨ ਪਊਗਾ, ਲੜਾਈ ਝਗੜਾ ਹੋਊਗਾ। ਪਰ ਨਹੀਂ ਮੰਨੀ ਉਹ, ਕਿਉਂਕਿ ਪ੍ਰੇਮ ਨਹੀਂ ਸੀ। ਉਹਦੇ ਇਨਕਾਰ ਕਰਨ ਦੇ ਬਾਵਜੂਦ ਵੀ ਆਪਣੇ ਪਿਤਾ ਦੇ ਘਰ ਆਏ। ਉੱਥੇ ਉਹਦੇ ਪਿਤਾ ਨੇ ਫਿਰ ਅਪਮਾਨਜਨਕ ਸ਼ਬਦ ਪਾਰਵਤੀ ਨੂੰ ਕਹੇ। ਜਦੋਂ ਪਾਰਵਤੀ ਨੂੰ ਲੱਗਾ ਮੇਰੇ ਪਤੀ ਦਾ ਬਹੁਤ ਅਪਮਾਨ ਹੋ ਰਿਹਾ ਹੈ ਸਾਰੇ ਸਮਾਜ ਦੇ ਵਿੱਚ, ਉੱਥੇ ਸਾਰੇ ਹੀ ਮਹਿਮਾਨ ਆਏ ਸਨ, ਤਾਂ ਉਹਨਾਂ ਦੇ ਵਿੱਚ ਉਹਦਾ ਹੀ ਪਿਤਾ ਉਹਦੇ ਹੀ ਪਤੀ ਦਾ ਅਪਮਾਨ ਕਰ ਰਿਹਾ ਹੈ, ਉਹਦੇ ਕੋਲ ਬਰਦਾਸ਼ਤ ਨਹੀਂ ਹੋਇਆ। ਉਹਨੇ ਕਹਿੰਦੇ ਹਵਨ ਕੁੰਡ ਦੇ ਵਿੱਚ ਛਾਲ ਮਾਰਤੀ। ਦੇਖੋ, ਹਵਨ ਕੁੰਡ ਦੇ ਵਿੱਚ ਛਾਲ ਮਾਰਤੀ, ਉੱਥੇ ਹੀ ਸੜ ਗਈ। ਤੇ ਇਸ ਕਹਾਣੀ ਤੋਂ ਇਹੋ ਹੀ ਸਿੱਧ ਹੁੰਦਾ ਹੈ ਕਿ ਸ਼ਿਵ ਦੇ ਨਾਲ ਪੂਰਾ ਪ੍ਰੇਮ ਨਹੀਂ ਸੀ, ਉਹਦਾ ਮੋਹ ਆਪਣੇ ਮਾਪਿਆਂ ਦੇ ਨਾਲ ਵੀ ਸੀ। ਤੇ ਮੋਹ ਦਾ ਕਰਕੇ ਹੀ ਉਹ ਸੜ ਕੇ ਮਰ ਗਈ ਹੈ। ਦੇਖੋ ਤੁਸੀਂ ਕਮਾਲ ਦਾ ਗੱਲ, ਇਹ ਤੋਂ ਬੜੀ ਸਿੱਖਿਆ ਮਿਲਦੀ। ਮੈਂ ਕਹਿੰਦਾ ਨਾ, ਪੁਰਾਣੀਆਂ ਕਹਾਣੀਆਂ ਦੇ ਵਿੱਚ ਬਹੁਤ ਪ੍ਰਤੀਕ ਛੁਪੇ ਹੋਏ ਹਨ। ਮੋਹ ਦਾ ਕਰਕੇ ਹੀ ਪਾਰਵਤੀ ਅੱਗ ਦੇ ਵਿੱਚ ਸੜੀ ਹੈ, ਤੜਫੀ ਹੈ। ਮੋਹ ਨੇ ਤੜਫਾਇਆ ਹੈ, ਮੋਹ ਦਾ ਕਰਕੇ ਹੀ ਆਈ ਸੀ ਨਾ ਆਪਣੇ ਪਿਤਾ ਮਾਤਾ ਕੋਲ।
ਆਪਣੇ ਪੇਕੇ, ਸੰਸਾਰ 'ਚ ਆ ਗਈ। ਫੇਰ ਆਪਣੇ ਪ੍ਰੀਤਮ ਨੂੰ ਛੱਡ ਕੇ, ਪਿਆਰੇ ਨੂੰ ਛੱਡ ਕੇ ਫਿਰ ਸੰਸਾਰ 'ਚ ਆ ਗਈ। ਮੋਹ ਖਿੱਚ ਲਿਆਇਆ ਪਾਰਵਤੀ ਨੂੰ ਵਾਪਸ, ਤੇ ਮੋਹ ਦਾ ਕਰਕੇ ਹੀ ਸੜੀ ਸੀ ਅੱਗ ਦੇ ਵਿੱਚ। ਹਾਲੇ ਵੀ ਉਹਦੀ ਜਗ੍ਹਾ ਬਣੀ ਹੋਈ ਹੈ ਹਰਿਦੁਆਰ ਕੋਲ, ਕੰਨ ਖਲ। ਤਾਂ ਮੈਨੂੰ ਖਿਆਲ ਵਿੱਚ ਆਈ ਗੱਲ, ਇਹ ਉੱਥੋਂ ਹੀ ਸੁਣੀ ਸੀ ਅਸੀਂ। ਹਵਨ ਕੁੰਡ ਦੇ ਵਿੱਚ ਸੜ ਕੇ ਮਰ ਗਈ। ਤੇ ਪ੍ਰੇਮੀ ਜਿਹੜਾ ਹੈ ਨਾ, ਉਹਨੂੰ ਵਿਧੀ ਦੀ ਲੋੜ ਨਹੀਂ ਹੈ। ਇਹ ਗੱਲ ਖਿਆਲ ਵਿੱਚ ਰੱਖਿਓ। ਸੁਦਾਮੇ ਨੂੰ ਕੋਈ ਵਿਧੀ ਨਹੀਂ ਸੀ ਦੱਸੀ ਕ੍ਰਿਸ਼ਨ ਨੇ, ਕੁਬਜਾ ਨੂੰ ਕੋਈ ਵਿਧੀ ਨਹੀਂ ਸੀ ਦੱਸੀ ਕ੍ਰਿਸ਼ਨ ਨੇ। ਪ੍ਰੇਮੀਆਂ ਨੂੰ ਥੋੜ੍ਹੀ ਦੱਸਣ ਦੀ ਲੋੜ ਪੈਂਦੀ ਹੈ। ਪ੍ਰੇਮੀਆਂ ਦਾ ਧਿਆਨ ਪ੍ਰੇਮ ਦੁਆਰਾ ਟਿਕਦਾ ਹੈ। ਇਹ ਗੱਲ ਖਿਆਲ ਵਿੱਚ ਰੱਖਿਓ। ਤੇ ਜਿਹਨੂੰ ਪ੍ਰੇਮ ਨਹੀਂ ਹੈ, ਉਹਦੇ ਵਾਸਤੇ ਹੈ ਮਾਰਗ ਧਿਆਨ। ਇਹ ਵਿਧੀਆਂ ਉਹਦੇ ਵਾਸਤੇ ਉਪਯੋਗੀ ਹਨ ਜਿਹਨੂੰ ਪ੍ਰੇਮ ਨਹੀਂ ਹੈ। ਜਿਵੇਂ ਆ ਹੇਠਲੇ ਮਿੱਤਰ ਨੇ ਸਮਰਥਨ ਕੀਤਾ ਹੈ ਨਾ, ਸੇਵਾ ਪ੍ਰੇਮ, ਜਿਹਨੇ ਆਪਣਾ ਨਾਂ ਰੱਖਿਆ ਹੋਇਆ ਹੈ, ਉਹਨੂੰ ਲੱਗਦਾ ਨਹੀਂ ਹੈ ਵੀ ਪ੍ਰੇਮ ਹੋਊਗਾ, ਕਿਉਂਕਿ ਸਮਰਥਨ ਜਿਸ ਢੰਗ ਨਾਲ ਇਹ ਕਰ ਰਿਹਾ ਹੈ ਹੋ ਨਹੀਂ ਸਕਦਾ ਹੈ। ਤੇ ਫਿਰ ਖਿਆਲ ਵਿੱਚ ਰੱਖੋ, ਪ੍ਰੇਮ ਪ੍ਰੇਮ ਕਰਕੇ ਵੀ ਪ੍ਰੇਮ ਪੈਦਾ ਨਹੀਂ ਹੋ ਜਾਵੇਗਾ। ਤੁਸੀਂ ਆਪਣਾ ਨਾਮ ਪ੍ਰੇਮ ਰੱਖ ਲਵੋ ਤੇ ਪ੍ਰੇਮ ਅੰਦਰ ਪੈਦਾ ਥੋੜੀ ਹੋ ਜਾਵੇਗਾ। ਜ਼ਬਰਦਸਤੀ ਪ੍ਰੇਮ ਥੋੜੀ ਹੁੰਦਾ ਹੈ। ਪ੍ਰੇਮ ਸੁਭਾਵ ਹੈ, ਖਿਆਲ ਵਿੱਚ ਰੱਖਿਓ। ਤੇ ਕਈਆਂ ਦੇ ਸੁਭਾਅ ਵਿੱਚ ਪ੍ਰੇਮ ਨਹੀਂ ਹੁੰਦਾ ਹੈ, ਤੇ ਮਾੜੀ ਗੱਲ ਨਹੀਂ ਹੈ। ਅਗਰ ਪ੍ਰੇਮ ਨਹੀਂ ਹੈ ਤੇ ਧਿਆਨ ਉਪਯੋਗੀ ਹੈ ਤੁਹਾਡੇ ਵਾਸਤੇ। ਤੁਸੀਂ ਪ੍ਰੇਮ ਸੇਵਾ ਦੀ ਜਗ੍ਹਾ ਧਿਆਨ ਸੇਵਾ ਨਾ ਰੱਖ ਲਓ ਆਪਣਾ। ਧਿਆਨ ਦੀ ਸੇਵਾ ਕਰੋ। ਧਿਆਨ ਦੁਆਰਾ ਪਹਿਲਾਂ ਆਪਣੀ ਹੀ ਸੇਵਾ ਕਰੋ। ਤੇ ਇਹ ਧਿਆਨ ਦੀ ਵਿਧੀ ਬਹੁਤ ਹੀ ਪਿਆਰੀ ਹੈ। ਤਕਰੀਬਨ ਬਹੁਤੇ ਜਾਗਰਤ ਪੁਰਸ਼ਾਂ ਨੇ ਇਹ ਵਿਧੀ ਦਾ ਉਪਯੋਗ ਦੱਸਿਆ ਹੈ। ਸਵਾਸਾਂ ਤੇ ਧਿਆਨ, ਕਿਉਂਕਿ ਸਵਾਸ ਹਰ ਵਕਤ ਚੱਲ ਰਹੇ ਹਨ ਸਰੀਰ ਵਿੱਚ, ਸੁੱਤਿਆਂ ਪਿਆਂ ਵੀ ਚੱਲਦੇ ਹਨ। ਮਾਲਾ ਤੇ ਫੜਨੀ ਪੈਂਦੀ ਹੈ, ਸਵਾਸਾਂ ਦੀ ਮਾਲਾ ਤੇ ਚੱਲ ਹੀ ਰਹੀ। ਤੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਦਾ ਹੀ ਧਿਆਨ ਲੱਗ ਸਕਦਾ ਹੈ। ਅਗਰ ਵਾਸਤਵਿਕ ਦੇ ਵਿੱਚ ਤੁਹਾਨੂੰ ਇਹ ਉਪਦੇਸ਼ ਪਿਆਰਾ ਲੱਗਾ ਹੈ ਨਾ, ਚੰਗਾ ਲੱਗਾ ਹੈ, ਤੇ ਇਮਾਨਦਾਰੀ ਰੱਖੋ ਆਪਣੇ ਜੀਵਨ ਪ੍ਰਤੀ। ਇਸੇ ਧਿਆਨ ਦੁਆਰਾ ਹੀ ਤੁਸੀਂ ਮੁਕਤ ਹੋ ਸਕਦੇ ਹੋ। ਤੇ ਸਵਾਸਾਂ ਤੇ ਧਿਆਨ ਕਰੋ। ਤੁਹਾਡੇ ਹੱਥ ਇੱਕ ਵਿਧੀ ਆਈ ਹੈ, ਇਹਦਾ ਉਪਯੋਗ ਕਰੋ। ਸਿਰਫ ਦੂਸਰੇ ਨੂੰ ਦੱਸਣ ਵਾਸਤੇ ਇਹ ਪੰਕਤੀਆਂ ਨਾ ਵਰਤੋ। ਅਸੀਂ ਦੂਸਰੇ ਨੂੰ ਦੱਸਾਂਗੇ, ਲੋਕ ਪ੍ਰਭਾਵਿਤ ਹੋਣਗੇ ਵੀ ਬਹੁਤ ਗਿਆਨ ਹੈ ਇਹਨਾਂ ਨੂੰ, ਦੇਖੋ ਕਿੱਡਾ ਵਧੀਆ ਉਪਦੇਸ਼ ਕੱਢ ਕੇ। ਜੇ ਪ੍ਰਭਾਵਿਤ ਹੋ ਜਾਣਗੇ ਤਾਂ ਤੁਹਾਨੂੰ ਕੀ ਲਾਭ ਹੋਊਗਾ। ਦੂਸਰੇ ਨੂੰ ਪ੍ਰਭਾਵਿਤ ਕਰਨਾ ਇਹੋ ਹੀ ਧੋਖਾ ਹੈ। ਆਪਣੇ ਜੀਵਨ ਨਾਲ ਧੋਖਾ ਕਰਦਾ ਹੈ ਆਦਮੀ। ਜੋ ਨਹੀਂ ਪਤਾ ਹੈ, ਕਿਤੇ ਉਹ ਪੜ੍ਹ ਸੁਣ ਕੇ ਦੂਸਰੇ ਨੂੰ ਦੱਸਦਾ ਹੈ। ਇਹ ਸਾਰਿਆਂ ਨੂੰ ਵੱਡਾ ਧੋਖਾ ਹੈ। ਦੂਸਰੇ ਨੂੰ ਨਹੀਂ ਦਿੰਦੇ ਹੋ, ਤੁਸੀਂ ਆਪਣੇ ਆਪ ਨੂੰ ਜ਼ਿਆਦਾ ਦੇ ਰਹੇ ਹੋ। ਤੁਸੀਂ ਉਹ ਉਪਯੋਗ ਕਰੋ। ਤੁਸੀਂ ਆਪਣੇ ਜੀਵਨ 'ਚ ਢਾਲੋ। ਪਹਿਲਾਂ ਸਵਾਸਾਂ ਤੇ ਧਿਆਨ ਕਰੋ। ਫਿਰ ਇਹ ਨਹੀਂ ਵੀ ਸਵੇਰੇ ਸ਼ਾਮ ਥੋੜ੍ਹਾ ਥੋੜ੍ਹਾ ਚਿਰ ਕਰ ਲੈਣਾ ਹੈ। ਇਹ ਲਗਾਤਾਰ ਕਰਨਾ ਹੈ। ਆਠ ਪਹਿਰ ਸਿਮਰੋ ਗੋਬਿੰਦ, ਕਹਿੰਦੇ ਨਾ, ਦਮ ਦਮ ਸਦਾ ਸੰਭਾਲਤਾ, ਦਮ ਨਾ ਬਿਰਥਾ ਜਾਏ। ਦਮ ਕਿਹਾ ਹੈ? ਸਵਾਸ। ਵੀ ਹਰ ਸਵਾਸ ਨਾਲ ਹੀ
ਧਿਆਨ ਜੁੜਿਆ ਰਹੇ। ਹਰ ਸਵਾਸ ਤੇ ਹੀ ਧਿਆਨ ਹੋਵੇ। ਅਗਰ ਤੁਸੀਂ ਸਵਾਸਾਂ ਤੇ ਪਹਿਲ ਤੁਸੀਂ ਸਵਾਸਾਂ ਦੇ ਵਿਚਾਲੇ ਨਹੀਂ ਠਹਿਰ ਸਕਦੇ ਹੋ। ਪਹਿਲ ਤੁਸੀਂ ਆਉਂਦੇ ਜਾਂਦੇ ਸਵਾਸਾਂ ਤੇ ਹੀ ਧਿਆਨ ਰੱਖੋ। ਠਹਿਰਨਾ ਆਪਣੇ ਆਪ ਹੋਵੇਗਾ। ਹੌਲੀ ਹੌਲੀ ਅਗਰ ਤੁਸੀਂ ਧਿਆਨ ਰੱਖਦੇ ਗਏ ਆਉਂਦੇ ਜਾਂਦੇ ਸਵਾਸਾਂ ਤੇ, ਫਿਰ 24 ਘੰਟੇ ਲਗਾਤਾਰ ਰੱਖਣਾ ਹੈ। ਫਿਰ ਹੌਲੀ ਹੌਲੀ ਤੁਸੀਂ ਦ੍ਰਿਸ਼ਟਾ ਹੋਗੇ। ਪਹਿਲਾਂ ਸਵਾਸਾਂ ਦੇ ਦੇਖਣ ਵਾਲੇ ਅਲੱਗਾ ਹੋ ਜਾਓਗੇ। ਸਵਾਸਾਂ ਨੂੰ ਦੇਖੋਗੇ। ਪਹਿਲਾਂ ਦ੍ਰਿਸ਼ਟਾ ਹੋਗੇ, ਫਿਰ ਦ੍ਰਿਸ਼ਟਾ ਹੌਲੀ ਹੌਲੀ ਫੈਲਦਾ ਹੈ। ਜਦੋਂ ਸਭ ਕੁਛ ਦ੍ਰਿਸ਼ਟਾ ਹੀ ਹੋ ਜਾਂਦਾ ਹੈ, ਫਿਰ ਸਾਕਸ਼ੀ ਉਪਲਬਧ ਹੁੰਦਾ ਹੈ। ਤੇ ਇਹ ਬਹੁਤ ਵਧੀਆ ਵਿਧੀ ਹੈ ਧਿਆਨ ਦੀ। ਅਗਰ ਤੁਸੀਂ ਕਹੀ ਹੈ ਤੇ ਤੁਹਾਨੂੰ ਚੰਗੀ ਲੱਗੀ ਹੈ, ਤਾਂ ਹੀ ਕਹੀ ਹੋਵੇਗੀ ਨਾ ਵੀ ਬਹੁਤ ਪਿਆਰੀ ਹੈ। ਤੇ ਜਿਹਨੂੰ ਵੀ ਠੀਕ ਲੱਗਦਾ ਹੈ, ਚੰਗੀ ਲੱਗਦੀ ਹੈ, ਮੈਂ ਵੀ ਕਹਿਣਾ ਬਹੁਤ ਪਿਆਰੀ ਵਿਧੀ ਸਵਾਸਾਂ ਤੇ ਧਿਆਨ। ਬਹੁਤਿਆਂ ਨੇ ਕਿਹਾ ਹੈ, ਮੈਂ ਵੀ ਅਕਸਰ ਬਹੁਤ ਵਾਰ ਕਿਹਾ ਹੈ, ਸਵਾਸਾਂ ਤੇ ਧਿਆਨ ਕਰੋ, ਸਦਾ ਹੀ ਕਰ ਸਕਦੇ ਹੋ। ਪਰ ਧਿਆਨ ਤਾਂ ਹੀ ਟਿਕੇਗਾ ਸਵਾਸਾਂ ਤੇ, ਤਾਂ ਹੀ ਟਿਕ ਸਕਦਾ ਹੈ ਜਦੋਂ ਤੁਸੀਂ ਬਾਹਰੋਂ ਧਿਆਨ ਹਟਾਓ। ਇਹ ਦੂਸਰੀ ਗੱਲ ਮੈਂ ਨਾਲ ਜ਼ਰੂਰ ਕਹਿਣਾ ਹਾਂ, ਇਹ ਦੂਸਰੇ ਨਹੀਂ ਕਹਿੰਦੇ। ਹੋਰ ਧਿਆਨ ਕਰਵਾਉਣ ਵਾਲਾ ਕੋਈ ਨਹੀਂ ਕਹਿੰਦਾ ਹੈ ਵੀ ਬਾਹਰ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਲਾਉਣ ਬਾਰੇ ਕਹਿੰਦੇ ਆ। ਸ਼ਿਵ ਨੇ ਵੀ ਲਾਉਣ ਵਾਸਤੇ ਕਿਹਾ ਸੀ, ਕਿਉਂਕਿ ਸ਼ਿਵ ਉਹ ਸੋਚਦੇ ਸਨ ਵੀ ਇਹਦਾ ਬਹੁਤਾ ਤੇ ਭਟਕਿਆ ਨਹੀਂ ਹੋਵੇਗਾ, ਪਰ ਭਟਕਿਆ ਸੀ ਉਹਦਾ ਵੀ ਧਿਆਨ। ਜੇ ਕਹਿੰਦੇ ਵੀ ਤੂੰ ਆਪਣੇ ਪੇਕੇ ਵੱਲੋਂ ਧਿਆਨ ਹਟਾ ਫਿਰ ਲਾ, ਤੇ ਫਿਰ ਸ਼ਾਇਦ ਲੱਗ ਹੀ ਜਾਂਦਾ। ਪਰ ਉਹਨੇ ਹਟਾਇਆ ਨਹੀਂ ਨਾ। ਪੇਕਿਆਂ ਵੱਲੋਂ ਕੀ ਸੰਸਾਰ ਵੱਲੋਂ ਧਿਆਨ ਹਟਾਉਣਾ ਔਖਾ ਹੈ। ਪੇਕਿਆਂ ਵੱਲੋਂ ਧਿਆਨ ਦੇਖੋ, ਤੁਸੀਂ ਇਸਤਰੀ ਸਾਰੀ ਉਮਰ ਭਾਵੇਂ ਸਹੁਰਿਆਂ ਦੇ ਘਰ ਰਹਿੰਦੀ ਹੈ, ਫਿਰ ਵੀ ਧਿਆਨ ਉਹਦਾ ਪੇਕਿਆਂ ਵੱਲ ਰਹਿੰਦਾ। ਬੜਾ ਮੋਹ ਹੁੰਦਾ, ਪਿਛਲਿਆਂ ਨੂੰ ਯਾਦ ਕਰਦੀ ਰਹਿੰਦੀ। ਏਦਾਂ ਹੀ ਸੰਸਾਰ ਹੈ। ਪੇਕਾ ਘਰ ਹੈ ਤੁਹਾਡਾ, ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਪਰ ਪੇਕੇ ਘਰ ਤੋਂ ਤੁਸੀਂ ਧਿਆਨ ਹੀ ਨਹੀਂ ਹਟਾਉਂਦੇ। ਹਟਾਉਣਾ ਬੜਾ ਔਖਾ ਹੈ। ਆਪਣੇ ਹਨ, ਆਪਣੇ ਤੋਂ ਧਿਆਨ ਕਿਵੇਂ ਹਟਾਏਗਾ। ਫਿਰ ਜਦੋਂ ਨਹੀਂ ਹਟਦਾ ਹੈ ਧਿਆਨ, ਫਿਰ ਆਦਮੀ ਕੋਈ ਨਾ ਕੋਈ ਸਹਾਰਾ ਖੋਜ ਲੈਂਦਾ ਹੈ। ਮੈਂ ਕਈ ਵਾਰ ਕਹਿੰਦਾ ਹੁੰਦਾ ਹਾਂ ਵੀ ਜਿਹੜੇ ਪੜ੍ਹੇ ਲਿਖੇ ਹਨ, ਉਹ ਉਪਦੇਸ਼ਾਂ ਦੇ ਵਿੱਚੋਂ ਵੀ ਸਹਾਰਾ ਖੋਜ ਲੈਂਦੇ ਹਨ ਆਪਣੇ ਆਪ ਨੂੰ ਬਚਾਉਣ ਦਾ, ਕਿਉਂਕਿ ਡਰ ਲੱਗਦਾ ਹੈ ਸੰਸਾਰ ਤੋਂ ਧਿਆਨ ਹਟਾਉਣ। ਕੱਲ੍ਹ ਹੀ ਇੱਕ ਗੁਰਮੁਖ ਪਿਆਰੇ ਦਾ ਟੈਲੀਫੋਨ ਆਇਆ ਸੀ। ਕਹਿੰਦਾ ਜਦੋਂ ਮੈਂ ਧਿਆਨ ਦੇ ਵਿੱਚ ਬੈਠਦਾ ਹਾਂ, ਮੈਨੂੰ ਡਰ ਲੱਗਦਾ ਹੈ ਵੀ ਬਾਹਰੋਂ ਧਿਆਨ ਹਟਾ ਦਿੱਤਾ, ਕਾਰੋਬਾਰ ਦਾ ਕੀ ਹੋਊ, ਧੰਦੇ ਦਾ ਕੀ ਹੋਊ। ਡਰ ਲੱਗਦਾ ਹੈ, ਨਹੀਂ ਹਟਾਉਣਾ ਚਾਹੁੰਦਾ ਆਦਮੀ। ਇਸੇ ਕਰਕੇ ਤੇ ਕਿਹਾ ਹੈ ਨਾ ਵੀ ਬਹੁਤ ਸੂਰਮੇ ਦਾ ਕੰਮ ਹੈ, ਬਹੁਤ ਸਾਹਸ ਦਾ ਕੰਮ। ਤੇ ਜਦੋਂ ਕੋਈ ਸੂਰਮਤਾਈ ਘੱਟ ਹੁੰਦੀ ਹੈ, ਡਰਪੋਕ ਹੁੰਦਾ ਹੈ ਥੋੜ੍ਹਾ ਜਿਹਾ ਕਿ ਸੰਸਾਰ ਛੁੱਟ ਗਿਆ ਤੇ ਪਤਾ ਨਹੀਂ ਕੀ ਹੋ ਜੂ, ਮਰ ਜੂ, ਉਹ ਫਿਰ ਸਹਾਰਾ ਖੋਜਦਾ ਹੈ। ਇਵੇਂ ਹੀ ਖੋਜਿਆ ਹੈ। ਇੱਕ ਆਪਣੇ ਕਵੀ ਸੱਜਣ ਹਨ ਲੁਧਿਆਣੇ ਦੇ, ਉਹਨਾਂ ਨੇ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਇਸ ਪੰਕਤੀ ਦਾ ਸਹਾਰਾ ਲੈ ਲਿਆ। ਕਿਉਂਕਿ ਸੰਸਾਰ ਵੱਲੋਂ ਤਾਂ ਧਿਆਨ ਹਟ ਨਹੀਂ ਸੀ ਰਿਹਾ। ਮੈਨੂੰ ਪਤਾ ਪਿੱਛੇ ਜੇ ਉਹਨੇ ਕਈ ਵਾਰ ਟੈਲੀਫੋਨ ਕੀਤਾ, ਬਹੁਤ ਉਦਾਸ ਸੀ। ਕਹਿੰਦਾ ਹੈ ਉਦਾਸੀ ਬਹੁਤ ਆ ਰਹੀ ਹੈ, ਸੰਸਾਰ ਵੱਲੋਂ ਧਿਆਨ ਹਟ ਰਿਹਾ ਹੈ। ਉਦਾਸੀ ਝੱਲ ਨਹੀਂ ਨਾ ਹੋਈ, ਇਹੋ ਹੀ ਬਿਰਹਾ ਹੈ ਨਾ। ਸੰਸਾਰ ਵੱਲੋਂ ਜਦੋਂ ਧਿਆਨ ਹਟਾਓਗੇ, ਇੱਕਦਮ ਉਦਾਸੀ ਆਵੇਗੀ, ਚੰਗਾ ਨਹੀਂ ਲੱਗੇਗਾ ਕੁਛ ਵੀ, ਬੇਚੈਨੀ ਵੀ ਹੋਵੇਗੀ। ਆਲੇ ਦੁਆਲੇ ਦੇ ਮੌਜਾਂ ਲੁੱਟ ਰਹੇ ਹਨ ਸੰਸਾਰ ਦੇ ਲੋਕ, ਤੇ ਮੈਂ ਉਦਾਸ ਰਹਿ ਰਿਹਾ, ਤੇ ਉਦਾਸੀ ਆਵੇਗੀ। ਇਹਨੂੰ ਹੀ ਵੈਰਾਗ ਕਿਹਾ ਹੈ, ਬਿਰਹਾ ਕਿਹਾ। ਛੁੱਟ ਰਿਹਾ ਹੈ ਧਿਆਨ।
ਤੇ ਛੁੱਟੇਗਾ ਤੇ ਉਦਾਸੀ ਆਵੇਗੀ। ਉਦਾਸੀ ਸਹਿਨ ਨਹੀਂ ਹੋ ਪਾਉਂਦੀ ਹੈ ਬਹੁਤਿਆਂ ਕੋਲ, ਤੇ ਜਦੋਂ ਨਹੀਂ ਸਹਿਨ ਹੋ ਪਾਈ ਫਿਰ ਉਹਨਾਂ ਨੂੰ ਇਹ ਪੰਕਤੀ ਦਾ ਸਹਾਰਾ ਮਿਲ ਗਿਆ ਵੀ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਸ ਪੰਕਤੀ ਦਾ ਸਹਾਰਾ ਲੈ ਲਿਆ, ਫਿਰ ਧਿਆਨ ਸੰਸਾਰ ਵੱਲ ਨੂੰ ਵੀ ਠੀਕ ਹੈ, ਪਰ ਇਹ ਪੰਕਤੀ ਦਾ ਅਰਥ ਵੀ ਤੁਸੀਂ ਕਰ ਰਹੇ ਹੋ ਨਾ। ਗੁਰੂ ਸਾਹਿਬ ਜੀ ਨੇ ਇਹ ਥੋੜ੍ਹੀ ਕਿਹਾ ਸੀ ਵੀ ਜਿਸ ਢੰਗ ਨਾਲ ਤੁਸੀਂ ਰਹਿ ਰਹੇ ਹੋ ਇੱਦਾਂ ਹੀ ਮੁਕਤ ਹੋ ਜਾਓਗੇ। ਉਪਦੇਸ਼ ਹੈ ਫਿਰ ਦੇਣ ਦੀ ਕੀ ਲੋੜ ਸੀ? ਜਿੱਦਾਂ ਤੁਸੀਂ ਰਹਿ ਰਹੇ ਹੋ ਇੱਦਾਂ ਹੀ ਮੁਕਤ ਹੋ ਜਾਣਾ ਹੁੰਦਾ, ਤੇ ਉਪਦੇਸ਼ ਦੇਣ ਦੀ ਕੀ ਲੋੜ ਹੈ? ਕਿਤੇ ਰਹਿ ਹੀ ਰਹੇ ਹੋ, ਤੁਸੀਂ ਹੱਸ ਰਹੇ ਹੋ, ਖੇਡ ਰਹੇ ਹੋ, ਖਾ ਰਹੇ ਹੋ, ਪੀ ਰਹੇ ਸੰਸਾਰ ਦੇ, ਇੱਦਾਂ ਮੁਕਤ ਨਹੀਂ ਹੋ ਰਹੇ ਹੋ ਤਾਂ ਹੀ ਉਪਦੇਸ਼ ਦਿੱਤਾ ਹੈ ਨਾ। ਇਹ ਤਾਂ ਤੁਸੀਂ ਸੁਪਨੇ ਦੇ ਵਿੱਚ ਹੋ, ਤੇ ਸੁਪਨੇ ਦੇ ਵਿੱਚ ਤੁਸੀਂ ਹੱਸ ਰਹੇ, ਖਾ ਰਹੇ, ਪੀ ਰਹੇ, ਸਭ ਕੁਝ ਕਰ ਰਹੇ, ਸੁਪਨੇ 'ਚ ਹੀ ਰਹਿ ਰਹੇ, ਤੇ ਸੁਪਨੇ 'ਚ ਹੀ ਰਹੋਗੇ, ਬਾਹਰ ਕਿਵੇਂ ਆਓਗੇ? ਸੁਪਨੇ 'ਚੋਂ ਬਾਹਰ ਆਉਣ ਵਾਸਤੇ ਤੇ ਧਿਆਨ ਹਟਾਉਣਾ ਹੀ ਪਵੇਗਾ ਨਾ। ਤੇ ਧਿਆਨ ਹਟਾਉਣਾ ਔਖਾ ਹੈ ਸੰਸਾਰ ਵੱਲੋਂ। ਇਹ ਕੋਈ ਵੀ ਧਾਰਮਿਕ ਵਿਅਕਤੀ ਨਹੀਂ ਕਹਿੰਦਾ ਹੈ। ਇਹੋ ਹੀ ਕਾਰਨ ਹੈ ਵੀ ਲੋਕ ਸੁਣਦੇ ਨਹੀਂ ਹਨ। ਇਹ ਗੱਲ ਬਹੁਤ ਔਖੀ ਹੈ, ਇਸ ਕਰਕੇ ਕੋਈ ਕਹਿੰਦਾ ਵੀ ਨਹੀਂ ਹੈ, ਕਿਉਂਕਿ ਲੋਕਾਂ ਨੇ ਸੁਣਨੀ ਨਹੀਂ ਹੈ। ਕੌਣ ਸੁਣੂਗਾ? ਤੁਸੀਂ ਸੋਚੋ, ਜਿਹਨੂੰ ਵੀ ਕਹੋ ਤੁਸੀਂ ਸੰਸਾਰ ਵੱਲੋਂ ਧਿਆਨ ਹਟਾਓ, ਅਗਲਾ ਕਰੂਗਾ ਫਿਰ ਇਹ ਨਹੀਂ ਮੇਰੇ ਕੋਲ ਹੁੰਦਾ। ਧਿਆਨ ਲਾਉਣ ਬਾਰੇ ਕਹੋ ਤੁਸੀਂ ਕੋਸ਼ਿਸ਼ ਕਰਾਂਗੇ, ਉਹ ਕੋਸ਼ਿਸ਼ ਕਰਦਾ ਰਹਿੰਦਾ ਹੈ, ਲੱਗਦਾ ਤਾਂ ਹੈ ਨਹੀਂ ਪਰ ਲੱਗਾ ਰਹਿੰਦਾ। ਅਡੰਬਰ ਮਿਲ ਜਾਂਦਾ ਇੱਕ ਸਹਾਰਾ ਵੀ ਕੋਸ਼ਿਸ਼ ਕਰ ਰਹੇ ਹਾਂ ਧਿਆਨ ਲਾਉਣ ਦੀ, ਨਾਮ ਜਪਣ ਦੀ। ਹੁਣ ਜਦੋਂ ਜਪਾਊਗਾ ਉਹਦੀ ਮੌਜ। ਹਟਾਉਣਾ ਨਹੀਂ ਚਾਹੁੰਦੇ ਤੇ ਹਟਾਉਣਾ ਔਖਾ ਹੈ। ਤੇ ਇਹਨਾਂ ਪੰਕਤੀਆਂ ਦੇ ਅਰਥ ਜੋ ਤੁਸੀਂ ਕਰ ਰਹੇ ਹੋ ਨਾ, ਵੈਸੇ ਅਰਥ ਨਹੀਂ ਹਨ। ਇਹ ਉਹਨਾਂ ਨੂੰ ਕਿਹਾ ਗਿਆ ਸੀ ਉਪਦੇਸ਼ ਜਿਹੜੇ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ ਸਨ ਵੀ ਤੁਹਾਨੂੰ ਕੋਈ ਵੀ ਵਿਧੀ ਦੀ ਲੋੜ ਨਹੀਂ ਹੈ, ਨਾ ਤੁਹਾਨੂੰ ਵਸਤਰ ਛੱਡਣ ਦੀ ਲੋੜ ਹੈ, ਨਾ ਤੁਹਾਨੂੰ ਵਰਤ ਰੱਖਣ ਦੀ ਲੋੜ ਹੈ, ਭੁੱਖੇ ਰਹਿਣ ਦੀ। ਤੁਸੀਂ ਤੇ ਸਾਡੇ ਕੋਲ ਬਸ ਇੱਥੇ ਹੱਸਦੇ ਖੇਡਦੇ ਹੀ, ਸੇਵਾ ਕਰਦੇ ਹੀ ਮੁਕਤ ਹੋ ਸਕਦੇ ਹੋ। ਕਿਉਂਕਿ ਜਿਨ੍ਹਾਂ ਕੋਲ ਰਹਿ ਰਹੇ ਸਨ ਉਹ ਵੀ ਹੱਸਦੇ ਖੇਡਦੇ ਹਨ, ਜਾਗਰਤ ਪੁਰਸ਼। ਉਹ ਰੋਂਦਾ ਥੋੜ੍ਹੀ, ਤੋ ਉਦਾਸ ਵੀ ਨਹੀਂ ਹੋਣ ਦਿੰਦਾ ਹੈ। ਦਰਅਸਲ ਦੂਰ ਆਦਮੀ ਉਦਾਸ ਹੁੰਦਾ ਹੈ, ਉਹਨਾਂ ਕੋਲ ਘੱਟ ਹੁੰਦਾ ਹੈ ਉਦਾਸ, ਕਿਉਂਕਿ ਹੋਣ ਨਹੀਂ ਦਿੰਦੇ ਹਨ ਉਦਾਸ। ਤੇ ਉਹਨਾਂ ਕੋਲ ਜਿਹੜੇ ਰਹਿ ਰਹੇ ਸਨ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਵੀ ਤੁਸੀਂ ਸਹਿਜ ਸੁਭਾਅ ਹੀ ਜੋ ਅਸੀਂ ਕਹਿੰਦੇ ਹਾਂ ਉਹਨੂੰ ਮੰਨਦੇ ਜਾਓ। ਗੁਰ ਕਹਿਆ ਸਾਕਾਰ ਕਮਾਵੋ, ਉੱਦਾਂ ਹੀ ਕਰਦੇ ਜਾਓ, ਸੇਵਾ ਕਰਦੇ ਜਾਓ। ਤੇ ਜਿੰਨੀ ਸੇਵਾ ਕਰੋਗੇ ਤੁਹਾਡੀ ਭਾਵਨਾ ਵਧੇਗੀ, ਪ੍ਰੇਮ ਵਧੇਗਾ। ਜਿੰਨਾ ਪ੍ਰੇਮ ਵਧੇਗਾ ਉਨੀ ਹੀ ਚੋਟ ਕਰਾਂਗੇ, ਤੁਹਾਡੀ ਮੈਂ ਨੂੰ ਮਿਟਾਵਾਂਗੇ। ਦੇਖੋ ਇੱਦਾਂ ਹੁੰਦਾ ਹੈ, ਜਿੰਨਾ ਪ੍ਰੇਮ ਵੱਧਦਾ ਹੈ ਓਨਾ ਹੀ ਗੁਰੂ ਚੋਟ ਕਰਦਾ ਹੈ ਮੈਂ ਨੂੰ ਮਿਟਾਉਣ ਵਾਸਤੇ। ਮਿਟਾਉਣੀ ਹੈ ਨਾ ਮੈਂ। ਪ੍ਰੇਮ ਹੋਰ ਹੁੰਦਾ ਹੈ, ਹੋਰ ਚੋਟ ਕਰਦਾ ਹੈ, ਹੋਰ ਹੁੰਦਾ ਹੈ, ਹੋਰ ਉਹਦੀ ਮੈਂ ਨੂੰ ਮਿਟਾਉਂਦਾ ਰਹਿੰਦਾ ਹੈ ਹੌਲੀ ਹੌਲੀ ਚੋਟ ਕਰਕੇ। ਜਦੋਂ ਪੂਰੀ ਮੈਂ ਮਿਟ ਜਾਂਦੀ ਫਿਰ ਪੂਰੀ ਹੀ ਚੋਟ ਕਰ ਦਿੰਦਾ, ਸਮਾਪਤ। ਮੈਂ ਮਿਟ ਜਾਂਦੀ ਹੈ ਪ੍ਰੇਮ ਦੇ ਵਿੱਚ। ਤੇ ਇਹ ਉਹਨਾਂ ਨੂੰ ਕਿਹਾ ਸੀ ਪ੍ਰੇਮੀਆਂ। ਪਰ ਤੁਸੀਂ ਸਹਾਰਾ ਉਪਦੇਸ਼ਾਂ ਦਾ ਵੀ ਆਪਣੇ ਮਨ ਨੂੰ ਬਚਾਉਣ ਵਾਸਤੇ ਲੈਂਦੇ ਹੋ। ਇਹ ਮੈਂ ਅਕਸਰ ਕਹਿੰਦਾ ਹੁੰਦਾ, ਇਹ ਖਿਆਲ ਵਿੱਚ ਰੱਖੋ, ਆਪਣੇ ਮੈਂ ਨੂੰ ਨਾ ਬਚਾਓ, ਮਨ ਨੂੰ ਨਾ ਬਚਾਓ। ਇਹ ਅਵਸਰ ਮਿਲਿਆ ਹੋਇਆ ਹੈ ਤੁਹਾਨੂੰ, ਕਦੇ ਨਾ ਕਦੇ ਤਾਂ ਤੁਹਾਨੂੰ ਮਨ ਨੂੰ ਕੱਢਣਾ ਹੀ ਪੈਣਾ ਹੈ ਨਾ ਸੰਸਾਰ ਵਿੱਚ। ਤੇ ਇੱਦਾਂ ਹੀ ਨਿਕਲਣਾ ਹੈ ਕੋਸ਼ਿਸ਼ ਦੁਆਰਾ। ਹਿੰਮਤ ਤੇ ਕਰਨੀ ਪਊਗੀ, ਸਾਹਸ ਤੇ ਕਰਨਾ ਪਊਗਾ ਨਾ ਤੁਹਾਨੂੰ। ਸੂਰਮਤਾਈ ਤੇ ਦਿਖਾਉਣੀ ਪਵੇਗੀ ਨਾ। ਮਨ ਤੂੰ ਹਾਰੋ ਨਾ, ਇਹ ਮਨ ਤੂੰ ਹਾਰ ਹੈ। ਮਨ ਦੀ ਗੱਲ ਮੰਨ ਲੈਣੀ, ਮਨ ਤੂੰ ਹਾਰ ਗਏ ਨਾ, ਮਨ ਦੇ ਪਿੱਛੇ ਲੱਗ ਗਏ।
ਗੁਰੂ ਦੀ ਗੱਲ ਮੰਨ ਲੈਣੀ ਗੁਰਮੁਖ ਹੋ ਗਈ, ਮਨ ਦੀ ਗੱਲ ਮੰਨ ਲੈਣੀ ਮਨਮੁਖ। ਤਾਂ ਮਨ ਸਹਾਰਾ ਲੈ ਜਾਂਦਾ ਉਪਦੇਸ਼ਾਂ ਦੇ ਵਿੱਚ। ਇਸੇ ਕਰਕੇ ਤੇ ਕਹਿ ਰਿਹਾ ਹਾਂ ਮੈਂ ਵੀ ਜਿਹੜੇ ਉਪਦੇਸ਼ਾਂ ਦੇ ਪਿੱਛੇ ਹੀ ਚੱਲਦੇ ਹਨ ਉਹਨਾਂ ਦਾ ਅਕਸਰ ਮਨ ਬਚਦਾ ਰਹਿੰਦਾ ਹੈ, ਕਿਉਂਕਿ ਉਪਦੇਸ਼ਾਂ ਦੇ ਵਿੱਚੋਂ ਉਹਨਾਂ ਨੂੰ ਸਹਾਰਾ ਮਿਲ ਜਾਂਦਾ ਹੈ। ਅਰਥ ਵੀ ਆਪਣੇ ਢੰਗ ਨਾਲ ਕਰ ਲੈਂਦੇ ਹਨ। ਮਨ ਖੁਸ਼ ਹੋ ਜਾਂਦਾ ਹੈ ਵੀ ਠੀਕ ਹੈ, ਇੱਦਾਂ ਹੀ ਕਿਹਾ ਹੈ ਵੀ ਇੱਦਾਂ ਹੀ ਮੁਕਤ ਹੋ ਜਾਵਾਂਗੇ, ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਵੰਦਿਆਂ। ਇਹ ਸਾਰਾ ਕੁਛ ਕਰ ਹੀ ਰਹੇ ਹਨ ਲੋਕ ਚਾਰ ਛਪੇਰੇ, ਫਿਰ ਸਾਰੇ ਮੁਕਤ ਹੋ ਜਾਣਗੇ। ਹੋ ਹੀ ਜਾਂਦੇ ਹੁੰਦੇ ਫਿਰ ਉਪਦੇਸ਼ ਦੀ ਲੋੜ ਨਹੀਂ ਸੀ ਨਾ। ਉਪਦੇਸ਼ ਇਸੇ ਕਰਕੇ ਹੀ। ਤੇ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ ਤਾਂ ਧਿਆਨ ਹਟਾਉਣ ਦੇ ਦੋ ਮਾਰਗ ਹਨ, ਇਹ ਖਿਆਲ ਵਿੱਚ ਰੱਖੋ। ਇੱਕ ਤੇ ਹੈ ਇਹ ਧਿਆਨ ਯੋਗ, ਗਿਆਨ ਯੋਗ ਵੀ ਕਹਿ ਸਕਦੇ ਹਾਂ। ਜਿਵੇਂ ਲਿਖਿਆ ਹੈ ਵੀ ਆਉਂਦੇ ਜਾਂਦੇ ਸਵਾਸਾਂ ਦੇ ਵਿਚਾਲੇ ਠਹਿਰਨਾ ਜਾਂ ਸਵਾਸਾਂ ਤੇ ਧਿਆਨ ਕਰਨਾ ਹੈ। ਕਿਤੇ ਵੀ ਧਿਆਨ ਕਰੋ, ਹਰ ਇੱਕ ਦੀ ਵਿਧੀ ਅਲੱਗਾ ਹੋਵੇਗੀ, ਖਿਆਲ ਵਿੱਚ ਰੱਖੋ। ਜਿਹਨੂੰ ਠੀਕ ਲੱਗਦਾ ਹੈ ਜਿਹੜਾ ਵੀ ਧਿਆਨ, ਸਵਾਸਾਂ ਤੇ ਅਗਰ ਠਹਿਰਦਾ ਹੈ ਧਿਆਨ ਤੇ ਸਵਾਸਾਂ ਤੇ ਠਹਿਰਾਓ, ਪਰ ਬੇਈਮਾਨੀ ਨਾ ਕਰੋ ਆਪਣੇ ਆਪ ਨੂੰ। ਖਿਆਲ ਵਿੱਚ ਰੱਖੋ ਕਿਸੇ ਦਾ ਕੁਛ ਨਹੀਂ ਵਿਗਾੜੋਗੇ ਤੁਸੀਂ। ਤੁਹਾਨੂੰ ਇੱਕ ਅਵਸਰ ਮਿਲਿਆ ਹੋਇਆ ਹੈ ਮੁਕਤੀ ਦਾ, ਬਹੁਤ ਹੀ ਪਿਆਰਾ। ਪਿੱਛੇ ਤੁਸੀਂ ਬਹੁਤ ਅਵਸਰ ਗਵਾ ਚੁੱਕੇ ਹੋ, ਬੜੇ ਪਰਮ ਪੁਰਖਾਂ ਕੋ ਆਏ। ਹੋ ਸਕਦਾ ਬਾਬੇ ਨਾਨਕ ਦੇਵ ਜੀ ਦੇ ਵੀ ਟਾਈਮ ਹੋ, ਤੁਸੀਂ ਉਦੋਂ ਅਵਸਰ ਗਵਾ ਲਿਆ, ਹੁਣ ਫਿਰ ਗਵਾਓ। ਹੁਣ ਨਾ ਗਵਾਓ, ਇਮਾਨਦਾਰੀ ਵਰਤੋ। ਹੌਲੀ ਹੌਲੀ ਧਿਆਨ, ਇੱਕਦਮ ਨਹੀਂ ਮੈਂ ਕਹਿੰਦਾ ਵੀ ਹਟਾ ਲਓ, ਹੌਲੀ ਹੌਲੀ ਹਟਾਓ ਤੇ ਹੌਲੀ ਹੌਲੀ ਲਾਓ। ਅਗਰ ਸਵਾਸਾਂ ਤੇ ਲੱਗਦਾ ਸਵਾਸਾਂ ਤੇ ਲਾਓ। ਕਈ ਸਵਾਸਾਂ ਦੇ ਨਾਲ ਨਾਲ ਸਿਮਰਨ ਵੀ ਕਰਦੇ ਹਨ, ਕਿਸੇ ਸ਼ਬਦ ਦਾ ਜਾਪ ਕਰਦੇ ਹਨ। ਅਗਰ ਉੱਥੇ ਟਿਕਦਾ ਹੈ ਧਿਆਨ ਤਾਂ ਉੱਥੇ ਟਿਕਾ ਲਓ, ਉਹ ਵੀ ਠੀਕ ਹੈ। ਧਿਆਨ ਬਾਹਰੋਂ ਹਟਾਉਣਾ ਹੈ, ਅੰਦਰ ਟਿਕਾਉਣ ਦਾ ਭਾਵ ਹੁੰਦਾ। ਸ਼ਬਦ ਤੇ ਟਿਕਦਾ ਹੈ ਉਹ ਵੀ ਬਹੁਤ ਵਧੀਆ। ਜੋ ਮੰਦਰ ਕੋ ਥਾਮੇ ਥੰਮਨ ਤੂੰ ਗੁਰ ਕਾ ਸ਼ਬਦ ਮਨੇ ਅਸਥੰਮਨ, ਉੱਥੇ ਟਿਕ ਜਾਵੇਗਾ। ਟਿਕਾਉਣਾ ਹੈ ਨਾ, ਮਨ ਨੂੰ ਟਿਕਾਉਣ ਵਾਸਤੇ ਹੀ ਧਿਆਨ ਕਰਨਾ ਹੈ ਨਾ। ਬਾਹਰੋਂ ਧਿਆਨ ਹਟਾਓਗੇ ਤਾਂ ਹੀ ਟਿਕੇਗਾ ਨਾ, ਇਹ ਵੀ ਗੱਲ ਖਿਆਲ ਵਿੱਚ ਰੱਖਣੀ ਹੈ ਨਾ। ਤੇ ਬਾਹਰੋਂ ਧਿਆਨ ਹਟਾਉਣ ਵਾਸਤੇ ਧਿਆਨ ਲਾਉਣਾ ਹੈ, ਇਹ ਗੱਲ ਯਾਦ ਰੱਖਿਓ। ਇਹ ਤੁਹਾਨੂੰ ਕੋਈ ਨਹੀਂ ਦੱਸਦਾ ਹੈ ਤੇ ਹਟਾਉਣਾ ਔਖਾ ਹੈ, ਇਹ ਵੀ ਮੈਂ ਵਾਰ-ਵਾਰ ਕਹੂੰਗਾ। ਤੇ ਅਗਰ ਹਟਾ ਸਕਦੇ ਹੋ ਤੁਸੀਂ, ਸਾਹਸ ਕਰ ਸਕਦੇ ਹੋ ਕਿ ਜੋ ਵੀ ਹੋਵੇ ਹੋ, ਸੰਸਾਰ ਹੀ ਜਾਊਗਾ, ਇਹ ਜਨਮ ਤੁਮਾਰੇ ਲੇਖੇ ਕਹਿ ਦਿਓ ਤੇ ਲਾਉਣਾ ਸ਼ੁਰੂ ਕਰ ਦਿਓ ਧਿਆਨ। ਤੇ ਸੰਸਾਰ ਜਾਊਗਾ, ਕੋਈ ਗੱਲ ਜਾ ਲੈਣ ਦੋ, ਚਲੇ ਜਾਊਗਾ, ਹੱਥੋਂ ਨਿਕਲ ਜਾਵੇ, ਕੋਈ ਗੱਲ ਨਹੀਂ। ਹੁਣ ਜੀਵਨ ਇਸ ਲੇਖੇ ਹੀ ਲਾਉਣਾ ਤੇ ਧਿਆਨ ਨੂੰ, ਜੀਵਨ ਨੂੰ ਲੇਖੇ ਦੇ ਵਿੱਚ ਲਾਓ, ਧਿਆਨ ਦੇ ਲੇਖੇ ਵਿੱਚ। ਤੇ ਅਗਰ ਇਹ ਵਿਧੀ ਤੁਹਾਨੂੰ ਠੀਕ ਲੱਗਦੀ ਹੈ ਜਿਨ੍ਹਾਂ ਨੇ ਲਿਖੀ ਹੈ, ਤੇ ਇਸ ਵਿਧੀ ਤੇ ਧਿਆਨ ਕਰੋ, ਹਰ ਵਕਤ ਕਰੋ, ਹਰ ਸਮੇਂ ਕਰੋ। ਤੇ ਜਿਹੜੇ ਪ੍ਰੇਮ ਦੇ ਮਾਰਗ ਤੇ ਚੱਲਣ ਵਾਲੇ ਹਨ, ਮੈਂ ਕਹਿੰਦਾ ਉਹਨਾਂ ਨੂੰ ਤੇ ਵਿਧੀ ਦੀ ਲੋੜ ਨਹੀਂ ਹੈ ਕਿਸੇ ਦੀ। ਅਗਰ ਵਾਸਤਵਿਕ ਦੇ ਵਿੱਚ ਪ੍ਰੇਮ ਹੈ, ਤੇ ਮੈਂ ਦੋਵਾਂ ਵਾਸਤੇ ਬੋਲ ਰਿਹਾ ਹਾਂ। ਜਿਹੜੇ ਪ੍ਰੇਮ ਕਰਨ ਵਾਲੇ ਹਨ ਉਹਨਾਂ ਵਾਸਤੇ, ਤੇ ਜਿਹੜੇ ਧਿਆਨ ਕਰਨ ਵਾਲੇ ਹਨ ਉਹਨਾਂ ਵਾਸਤੇ ਵੀ ਮੈਂ ਵਿੱਚ ਵਿੱਚ ਕਹਿੰਦਾ ਰਹਿੰਦਾ ਵੀ ਧਿਆਨ ਕਿਹੜੇ ਢੰਗ ਨਾਲ ਕਰਨਾ। ਤੇ ਜਿਹੜੇ ਪ੍ਰੇਮੀ ਹਨ ਉਹਨਾਂ ਨੂੰ ਮੈਂ ਕਹਿੰਦਾ ਹਾਂ ਤੁਸੀਂ ਸੁਣੀ ਜਾਓ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਬਸ ਭਾਵਨਾ ਨਾਲ ਹਾਰਦਿਕ ਹੋ ਕੇ ਸੁਣਨਾ ਹੀ ਹੈ ਤੁਸੀਂ। ਤੇ ਜਿੰਨੇ ਤੁਸੀਂ ਹਾਰਦਿਕ ਹੁੰਦੇ ਜਾਓਗੇ, ਭਾਵੁਕ ਹੁੰਦੇ ਜਾਓਗੇ, ਉਨੇ ਹੀ ਇਹਨਾਂ ਸ਼ਬਦਾਂ ਦੀ ਭਾਵਨਾ ਵਿੱਚ ਉਤਰਦੇ ਜਾਓਗੇ ਤੇ ਆਪਣੇ ਆਪ ਹੀ ਵੈਸਾ ਹੁੰਦਾ ਜਾਵੇਗਾ। ਤੁਸੀਂ ਖਿਆਲ ਕੀਤਾ ਹੈ ਕਦੇ ਕਿ ਜਿਹਦੇ ਨਾਲ ਬਹੁਤਾ ਪ੍ਰੇਮ ਹੁੰਦਾ ਹੈ ਉਹਦੀ ਗੱਲ ਸੁਣ ਕੇ ਇੱਕਦਮ ਤੁਸੀਂ ਵੈਸਾ ਹੀ ਕਰਨਾ ਸ਼ੁਰੂ ਕਰ ਦਿੰਦੇ ਹੋ। ਭਾਵਨਾ ਦੇ ਵਿੱਚ
ਪ੍ਰੇਮ ਦੇ ਵਿੱਚ ਵੈਸਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡਾ ਮਨ 100% ਮੰਨਣੀ ਸ਼ੁਰੂ ਕਰ ਦਿੰਦਾ ਹੈ ਗੱਲ, ਪ੍ਰੇਮ ਹੈ ਨਾ, ਤੇ ਵੈਸਾ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਆਪ ਹੀ। ਜੋ ਮੈਂ ਕਹਿ ਰਿਹਾ ਹਾਂ, ਤੇ ਸਹਿਜ ਸੁਭਾਅ ਹੀ ਜਿਹੜੇ ਪ੍ਰੇਮ ਕਰਨ ਵਾਲੇ ਹਨ ਨਾ, ਉਹਨਾਂ ਦੇ ਅੰਦਰ ਘਟਨਾ ਘਟਣੀ ਸ਼ੁਰੂ ਹੋ ਜਾਵੇਗੀ, ਤੇ ਹੋ ਵੀ ਰਹੀ ਹੈ ਕਈਆਂ ਦੇ ਅੰਦਰ। ਉਹ ਆਪਣੇ ਆਪ ਹੀ ਧਿਆਨ 'ਚ ਜਾ ਰਹੇ ਹਨ, ਤੇ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਅਸੀਂ ਜਾ ਰਹੇ ਹਾਂ, ਸਾਡਾ ਧਿਆਨ ਬਾਹਰੋਂ ਸੰਸਾਰ ਨਾਲੋਂ ਛੁੱਟ ਰਿਹਾ ਹੈ। ਕਈ ਵਾਰ ਬਹੁਤੇ ਪ੍ਰੇਮੀਆਂ ਨੂੰ ਇਉਂ ਵੀ ਲੱਗਦਾ ਹੈ ਕਿ ਸ਼ਾਇਦ ਅਸੀਂ ਧਿਆਨ ਜ਼ਿਆਦਾ ਕਰ ਰਹੇ ਹਾਂ, ਪਤਾ ਨਹੀਂ ਤਾਂ ਲੱਗ ਰਿਹਾ। ਉਹਨਾਂ ਨੂੰ ਨਹੀਂ ਪਤਾ ਹੈ ਵੀ ਕਾਰਵਾਈ ਇੱਧਰੋਂ ਹੋ ਰਹੀ ਹੈ। ਜੋ ਕਿਹਾ ਜਾ ਰਿਹਾ ਹੈ, ਤੁਸੀਂ ਜਦੋਂ ਗਹਿਰਾਈ ਨਾਲ ਸੁਣਦੇ ਹੋ ਨਾ, ਤਾਂ ਉਹਦੇ ਭਾਵ ਵਿੱਚ ਉਤਰ ਜਾਂਦੇ ਹੋ, ਤਾਂ ਵੈਸਾ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡਾ ਧਿਆਨ ਉੱਧਰੋਂ ਹਟਣਾ ਸ਼ੁਰੂ ਹੋ ਜਾਂਦਾ ਹੈ, ਤੇ ਆਪਣੇ ਆਪ ਉੱਥੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਕਿਹਾ ਹੈ। ਤੇ ਸਹਿਜ ਸੁਭਾਅ ਹੁੰਦਾ ਹੈ ਪ੍ਰੇਮ ਦੇ ਵਿੱਚ। ਤੇ ਪ੍ਰੇਮ ਦੇ ਵਿੱਚ ਧਿਆਨ ਲੱਗਦਾ ਹੈ, ਤੇ ਮਿਟਣਾ ਤੇ ਪ੍ਰੇਮ ਦੇ ਵਿੱਚ ਵੀ ਹੈ। ਪ੍ਰੇਮੀ ਆਪਣੇ ਆਪ ਨੂੰ ਮਿਟਾਉਂਦਾ ਹੈ, ਪ੍ਰੇਮ ਦੀ ਅੱਗ ਦੇ ਵਿੱਚ ਸੜਦਾ ਹੈ। ਪ੍ਰੇਮ ਇੱਕ ਅਗਨ ਹੈ, ਜਿਵੇਂ ਪਾਰਵਤੀ ਸੜੀ ਹੈ ਨਾ, ਇਸੇ ਕਰਕੇ ਉਹਨੂੰ ਸਤੀ ਕਿਹਾ ਹੈ। ਜੀਂਦੇ ਜੀ ਪ੍ਰੇਮ ਦੀ ਅਗਨ ਤੋਂ ਬਚਦੀ ਰਹੀ, ਉਹ ਕੋਈ ਸ਼ਿਵ ਦੇ ਨਾਲ ਰਹੀ, ਥੋੜ੍ਹੀ ਜਿਹੀ ਦੂਰ ਰਹਿੰਦੀ ਤੇ ਥੋੜ੍ਹੀ ਬਹੁਤੀ ਅੱਗ ਲੱਗਦੀ ਪ੍ਰੇਮ ਦੀ, ਸਦਾ ਹੀ ਨਾਲ ਰਹੀ, ਤੇ ਉਹ ਇੱਕੋ ਵਾਰਾਂ ਹੀ ਵਿਛੜੀ। ਤੇ ਪ੍ਰੇਮ ਦੀ ਅੱਗ ਦੇ ਵਿੱਚ ਤੇ ਸੜ ਨਹੀਂ ਸਕੀ। ਫਿਰ ਜਦੋਂ ਵਿਛੜੀ ਉਹ ਆਈ ਆਪਣੇ ਮਾਪਿਆਂ ਦੇ ਘਰ, ਤੇ ਇੱਥੇ ਉਹਨੂੰ ਸਦਮਾ ਲੱਗਾ, ਉਹਦਾ ਮੋਹ ਟੁੱਟ ਹੀ ਗਿਆ ਸਾਰਾ, ਜਦੋਂ ਉਹਨੇ ਛਾਲ ਮਾਰਤੀ ਹਵਨ ਕੁੰਡ ਦੇ ਵਿੱਚ ਵੀ ਇਹ ਸਾਰੇ ਹੀ ਇਹ ਪਰਾਏ ਹਨ, ਆਪਣਾ ਤੇ ਇੱਥੇ ਕੋਈ ਵੀ ਨਹੀਂ, ਮੈਂ ਆਪਣੇ ਸਮਝੀ ਬੈਠੀ ਹਾਂ, ਮੇਰੇ ਮਾਂ ਪਿਓ ਹਨ, ਮੇਰੇ ਰਿਸ਼ਤੇਦਾਰ ਹਨ, ਮੇਰੇ ਭਰਾ ਹਨ, ਇੱਥੇ ਕੋਈ ਵੀ ਨਹੀਂ ਚਾਹੁੰਦਾ ਹੈ ਮੈਨੂੰ, ਸਾਰੇ ਦੁਦਕਾਰ ਰਹੇ ਹਨ, ਅਪਮਾਨ ਕਰ ਰਹੇ ਹਨ। ਤਾਂ ਉਹਦਾ ਧਿਆਨ ਹਟ ਗਿਆ, ਮੋਹ ਪਿਆਰ ਉਹਦਾ ਟੁੱਟ ਗਿਆ, ਤੇ ਸੜਦੀ ਸੜਦੀ ਦਾ ਆਪਣੇ ਪ੍ਰੀਤਮ ਪਿਆਰੇ ਦੇ ਨਾਲ ਧਿਆਨ ਜੁੜ ਗਿਆ। ਇਸੇ ਕਰਕੇ ਹੀ ਉਹਨੂੰ ਸਤੀ ਕਿਹਾ ਹੈ। ਸਤੀ ਦਾ ਅਰਥ ਹੁੰਦਾ ਹੈ ਸੜਦੀ ਸੜਦੀ ਸੱਤ ਦੇ ਨਾਲ ਮਿਲ ਗਈ, ਸਤੀ ਹੋ ਗਈ। ਜੀਂਦੇ ਜੀ ਤੇ ਸਤੀ ਨਹੀਂ ਹੋਈ, ਸੜਦੀ ਸੜਦੀ ਹੋਈ। ਬਹੁਤ ਕਠਿਨ ਰਿਹਾ ਹੋਵੇਗਾ ਉਹ ਅੰਤਿਮ ਪਲ, ਅੱਗ ਦੇ ਵਿੱਚ ਸੜਨਾ, ਤੜਫਣਾ, ਤੜਫਦੀ ਤੜਫਦੀ ਆਪਣੇ ਪਿਆਰੇ ਨੂੰ ਪੁਕਾਰਦੀ ਪੁਕਾਰਦੀ ਉਹਦੇ ਵਿੱਚ ਲੀਨ ਹੋ ਗਈ, ਸਤੀ ਹੋ ਗਈ। ਉਹਦੀ ਹੀ ਰੀਸ ਬਹੁਤੀਆਂ ਇਸਤਰੀਆਂ ਨੇ ਬਾਅਦ ਦੇ ਵਿੱਚ ਕੀਤੀ ਹੈ। ਸਤੀ ਪ੍ਰਥਾ ਬਹੁਤ ਸਮੇਂ ਤੱਕ ਚੱਲਦੀ ਰਹੀ, ਉਸ ਪਾਰਵਤੀ ਦੀ ਰੀਸ ਹੀ ਕਰਦੀ ਰਹੀ। ਪਰ ਰੀਸ ਕਰਨ ਵਾਲਾ ਪਖੰਡੀ ਹੁੰਦਾ ਹੈ। ਵਾਸਤਵਿਕ ਘਟਨਾ ਤੇ ਕਦੀ ਕਦੀ ਘਟਦੀ, ਉਹਨੇ ਕਦੇ ਕਿਸੇ ਦੀ ਰੀਸ ਥੋੜ੍ਹੀ ਕੀਤੀ ਸੀ ਪਾਰਵਤੀ। ਨਾ ਹੀ ਮੰਤਰ ਪੜ੍ਹ ਪੜ੍ਹ ਕੇ ਪੰਡਤਾਂ ਨੇ ਜਿਵੇਂ ਸੁੱਟਦੇ ਸਨ ਇਸਤਰੀਆਂ ਨੂੰ, ਚਿਖਾਂ ਦੇ ਵਿੱਚ ਵੀ ਸੁੱਟਦੇ ਸਨ, ਜ਼ਬਰਦਸਤੀ ਸਤੀ ਕਰਦੇ ਸਨ। ਇੱਦਾਂ ਥੋੜ੍ਹੀ, ਉਹ ਤੇ ਆਪਣੀ ਮੌਜ ਨਾਲ ਸਤੀ ਹੋਈ, ਆਪਣੇ ਆਪ ਹੋਈ ਸੀ। ਉਹ ਵਾਸਤਵਿਕ ਸਤੀ, ਸਤੀ ਇੱਕੋ ਇਸਤਰੀ ਹੋਈ ਹੈ ਪਾਰਵਤੀ, ਸੱਤ ਦੇ ਨਾਲ ਇੱਕ ਹੋ ਗਈ, ਪਿਆਰੇ ਦੇ ਨਾਲ ਮਿਲ ਗਈ ਅੰਤਿਮ ਸਣ ਦੇ ਵਿੱਚ। ਪਹਿਲਾਂ ਨਹੀਂ ਮਿਲੀ, ਅਗਰ ਪਹਿਲਾਂ ਮਿਲ ਜਾਂਦੀ ਫਿਰ ਉਪਦੇਸ਼ ਦੇਣ ਦੀ ਕੀ ਲੋੜ ਸੀ ਉਹਨੂੰ, ਆਹ ਦੱਸਣ ਦੀ ਵਿਸ਼ਵਾਸਾਂ ਤੇ ਧਿਆਨ ਕਰ। ਉਹ ਇਸੇ ਕਰਕੇ ਲੋੜ ਪਈ ਸੀ ਸ਼ਿਵ ਨੂੰ, ਕਿਉਂਕਿ ਉਹਦਾ ਗਹਿਰਾ ਪ੍ਰੇਮ ਨਹੀਂ ਸੀ, ਤੇ ਸੋਚਦੇ ਸਨ ਉਹ ਵੀ ਸ਼ਾਇਦ ਧਿਆਨ ਦੇ ਮਾਰਗ ਤੇ ਹੀ ਲੱਗ ਜਾਵੇ, ਹੌਲੀ ਹੌਲੀ ਧਿਆਨ ਦੁਆਰਾ ਹੀ ਆਪਣੇ ਆਪ ਨੂੰ ਮਿਟਾਵੇ। ਪਰ ਆਖਿਰਕਾਰ ਉਹ ਅੰਤਿਮ ਸਮੇਂ ਦੇ ਵਿੱਚ ਮਿਟ ਗਈ, ਸੜ ਗਈ। ਇਸ ਕਰਕੇ ਪ੍ਰੇਮ ਅਗਨ ਹੈ, ਜੀਂਦੇ ਜੀ ਨਹੀਂ ਜਿਹੜਾ ਸੜਦਾ ਹੈ। ਪਾਰਵਤੀ ਜੀਂਦੇ ਜੀ ਤੇ ਪ੍ਰੇਮ ਦੀ ਅਗਨ 'ਚ ਸੜੀ ਨਹੀਂ, ਮਰਨ ਵੇਲੇ ਫਿਰ ਸਾਰੀ ਦੀ ਸਾਰੀ ਹੀ ਸੜੀ, ਸਰੀਰ ਦੇ ਨਾਲ ਹੀ ਮੈਂ ਵੀ ਸੜੀ, ਟੋਟਲੀ ਹੀ ਸੜੀ, ਸੜਨਾ ਹੀ ਪਿਆ, ਮਿਟਣਾ ਹੀ ਪਿਆ।
ਮਿਟ ਕੇ ਹੀ ਫਿਰ ਪ੍ਰਮਾਤਮਾ ਮਿਲਦਾ ਹੈ ਨਾ। ਆਪ ਗਵਾਈ ਤਾਂ ਸੋ ਪਾਈ ਅਵਰ ਕੈਸੀ ਚ। ਪ੍ਰੇਮੀ ਵੀ ਆਪਣਾ ਆਪ ਗਵਾਉਂਦਾ ਹੈ ਪ੍ਰੇਮ ਦੁਆਰਾ। ਤੇ ਧਿਆਨੀ ਜਿਹੜਾ ਹੈ ਨਾ, ਉਹ ਵੀ ਮੈਂ ਨੂੰ ਮਿਟਾਉਂਦਾ ਹੈ, ਹਉ ਨੂੰ ਮਿਟਾਉਂਦਾ ਹੈ। ਮਨ ਮਰੈ ਧਾਤ ਮਰ ਜਾਏ, ਉਹ ਮਨ ਨੂੰ ਮਾਰਦਾ ਹੈ। ਬਿਨ ਮਨ ਮੂਏ ਕੈਸੇ ਹਰਿ ਪਾਏ। ਤੇ ਮਨ ਨੂੰ ਮਾਰਨਾ ਹੈ। ਮਨ ਸੰਸਾਰ ਦੇ ਨਾਲ ਜੋ ਵਿਚਾਰਧਾਰਾ ਚੱਲ ਰਹੀ ਹੈ ਨਾ ਤੁਹਾਡੀ, ਉਹਨੂੰ ਹੀ ਕਹਿੰਦੇ ਆ। ਸੰਸਾਰ ਦੁਆਰਾ ਵਿਚਾਰਧਾਰਾ ਜੋ ਚੱਲ ਰਹੀ ਹੈ ਤੁਹਾਡੇ ਅੰਦਰ, ਉਹਨੂੰ ਹੀ ਮਨ ਕਹਿੰਦੇ। ਸੰਸਾਰ ਵੱਲੋਂ ਧਿਆਨ ਹਟਾਓਗੇ ਤੇ ਵਿਚਾਰਧਾਰਾ ਵੀ ਹਟ ਜਾਏਗੀ। ਤੇ ਧਿਆਨ ਹਟਾਉਣਾ ਹੈ ਸੰਸਾਰ ਵੱਲੋਂ। ਤੇ ਜਿਹੜੀ ਵੀ ਵਿਧੀ ਤੁਹਾਨੂੰ ਚੰਗੀ ਲੱਗਦੀ ਹੈ, ਪਿਆਰੀ ਲੱਗਦੀ ਹੈ, ਉਸੇ ਵਿਧੀ ਹੀ ਦੁਆਰਾ ਧਿਆਨ ਹਟਾਓ। ਤੇ ਖਿਆਲ ਵਿੱਚ ਰੱਖੋ, ਮੈਂ ਵਾਰ-ਵਾਰ ਕਹਿਣਾ, ਆਪਣੇ ਨਾਲ ਇਮਾਨਦਾਰੀ ਰੱਖੋ। ਅਗਰ ਵਾਸਤਵਿਕ ਦੇ ਵਿੱਚ ਤੁਸੀਂ ਪ੍ਰਭੂ ਦੇ ਮਾਰਗ ਤੇ ਚੱਲਣਾ ਹੈ ਨਾ, ਤੇ ਟੋਟਲ ਹੀ ਇਮਾਨਦਾਰੀ ਜੋ ਤੁਹਾਡੇ ਅੰਦਰ ਹੈ ਨਾ, ਉਹ ਹੀ ਬਾਹਰ ਹੋਣਾ ਚਾਹੀਦਾ। ਜੋ ਤੁਸੀਂ ਜਾਣਦੇ ਹੋ ਕਹੋ, ਜੋ ਨਹੀਂ ਜਾਣਦੇ ਹੋ ਉਹ ਵੀ ਕਹੋ। ਜੋ ਔਗਣ ਹੈ ਉਹ ਜ਼ਿਆਦਾ ਕਹੋ, ਤੁਹਾਨੂੰ ਜ਼ਿਆਦਾ ਲਾਭ ਹੋਊਗਾ। ਆਪਣੇ ਔਗਣ ਪ੍ਰਗਟ ਕਰੋ। ਕੀ ਦਿਖਾਵਾ ਕਰਨਾ ਹੈ? ਨਾਲੇ ਜਿਹਦੇ ਅੱਗੇ ਦਿਖਾਵਾ ਕਰ ਰਹੇ ਹੋ ਜਾਣਦਾ ਹੈ ਸਭ ਕੁਝ। ਕਮ ਸੇ ਕਮ ਉੱਥੇ ਤੇ ਨਾ ਕਰੋ, ਤੇ ਦਿਖਾਵਾ ਨਾ ਕਰੋ। ਇਮਾਨਦਾਰ ਆਪਣੇ ਪ੍ਰਤੀ ਹੋ ਜਾਓ ਪੂਰੇ ਦੇ ਪੂਰੇ, ਤੇ ਤੁਸੀਂ ਇਸ ਮਾਰਗ ਤੇ ਚੱਲ ਸਕਦੇ ਹੋ।